ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਨ ਨ ਜਾਏ ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਓ जुगो जुग अटल दसों पातशाह की आत्मक स्वरूप जागदी जोत जहारा जहूर सर्व कला भरपूर खंडा और ब्रह्मंडा के मालक धन धन सतगुरु साहिब श्री गुरु ग्रंथ साहिब महाराज सच्चे पातशाह जी अते उन्हां दी पवित्र हजूरी के अंदर जुड़ बैठी गुरु रूप गुरु सवारी गुरु वडियाई साध संगत जीओ अज सतगुरु साहिब श्री गुरु नानक देव महाराज सच्चे पातशाह जी जगत गुरु जो इस संसार दे विच इस जगत जलन दे नूं ठारन दे वास्ते आप अकाल पुरख वाहिगुरु परमेश्वर का स्वरूप शरीर धारण करके आउंदा है। इस संसार दे विच विचरदे ने। धन गुरु नानक देव महाराज सच्चे पातशाह दा अज ज्योति जोत गुरपुरब है। श्री गुरु नानक देव महाराज सच्चे पातशाह जी जिथे संसार का रटन किया, संसार के सारे वर्णा के लोगों नूं, चाहे कोई खत्री है, चाहे ब्राह्मण है, चाहे सूद है, चाहे वैस है, चाहे इस्लाम धारनी है, चाहे फकीर है, चाहे सिद्ध है, चाहे जोगी है, चाहे ब्रह्मचारी है, कोई भी क्यों ना होवे, सतगुरु गुरु नानक देव महाराज सच्चे पातशाह जी ने सारे संसार नूं उस अकाल पुरख वाहिगुरु परमेश्वर जी के नाल सीधे तौर पर जोड़न की जिहड़ी उद्यम किया महाराज जी ने, बख्शिश की महाराज ने, दया की इस जगत जलन दे नूं ठारन दे वास्ते। गुरु नानक साहब महाराज सच्चे पातशाह इस संसार के रटन तो बाद जिवें आपां भाई गुरदास जी की वार दे विचों दर्शन करते हैं ਤਾਂ सतगुरु गुरु नानक देव महाराज सच्चे पातशाह करतारपुर साहिब जो अजकल पाकिस्तान दे विच है, बार्डर के कोल ही पैंदा है, उत्थे गुरु नानक साहब महाराज सच्चे पातशाह जी ने इस मनुखी जामे दे विच विचरदियां अपनी आखिरी उम्र के करीब 18 साल उस थां ते बिताए, उस थां नूं भाग लाए। उस थां ते महाराज सच्चे पातशाह जी ने धर्मशाला भी बनवाई। गुरु पातशाह महाराज सच्चे पातशाह उत्थे बाणी भी उचारते हैं
ਤੇ ਭਾਈ ਗੁਰਦਾਸ ਦੀ ਵਾਰ ਦੇ ਵਿੱਚ ਜਦੋਂ ਆਪਾਂ ਦਰਸ਼ਨ ਕਰਦੇ ਹਾਂ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਉਹ ਜਿਹੜੇ ਉਦਾਸੀਆਂ ਸੰਚਾਰ ਉਦਾਸੀਆਂ ਮਹਾਰਾਜ ਜੀ ਨੇ ਕੀਤੀਆਂ, ਉਹ ਵਸਤਰ ਉਤਾਰ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਫਿਰ ਸੰਸਾਰੀ ਕੱਪੜੇ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆਪਣਾ ਵਿਚਰਦੇ ਨੇ, ਮੰਜੀ ਤੇ ਬੈਠ ਕੇ ਉਪਦੇਸ਼ ਸੰਗਤਾਂ ਨੂੰ ਦਿੰਦੇ ਨੇ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਬਾਣੀ ਆਉਂਦੀ ਹੈ, ਉਹ ਸੰਗਤਾਂ ਦੇ ਅੱਗੇ ਜਿੱਥੇ ਉਸ ਵੇਲੇ ਮਹਾਰਾਜ ਜੀ ਸਮਸਤ ਰੱਖਦੇ ਸਨ, ਅੱਜ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚੋਂ ਉਹਨਾਂ ਦੀ ਪਵਿੱਤਰ ਬਾਣੀ ਦੇ ਦਰਸ਼ਨ ਹੁੰਦੇ ਨੇ। ਉਲਟੀ ਗੰਗ ਵਹਾਇਨ ਗੁਰ ਅੰਗਦ ਸਿਰ ਉੱਪਰ ਧਾਰਾ, ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆਕੀ ਨਸਿਆ। ਬਾਣੀ ਮੁਖੋਂ ਉਚਾਰੀਏ ਹੋਏ ਰੁਸਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉਠੇ ਤੁਨਕਾਰਾ। ਸਦਾ ਹੀ ਗਿਆਨ ਦੀ ਗੋਸ਼ਟੀ ਉਸ ਪਰਮੇਸ਼ਵਰ ਦੇ ਸੱਚੇ ਪਾਤਸ਼ਾਹ ਪਵਿੱਤਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਹਦੇ ਬਾਣੀ ਦੀ ਉਸ ਦੀ ਚਰਚਾ ਉੱਥੇ ਸਦਾ ਹੀ ਚੱਲਦੀ ਸੀ। ਤੇ ਅਨਹਦ ਸ਼ਬਦ ਜੋ ਸ਼ਬਦ ਸੀ ਉਹਦੀ ਤੁਨਕਾਰਾਂ ਵੀ ਉੱਥੇ ਪੈਂਦੀਆਂ ਸਨ। ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰ। ਹੁਣ ਸ਼ਾਮ ਦੇ ਟਾਈਮ ਸੋਦਰ ਪੜ੍ਹੀ ਜਾਂਦੀ ਹੈ, ਆਰਤੀ ਗਾਈ ਜਾਂਦੀ ਹੈ, ਤੇ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਦੇ ਪਾਠ ਵੀ ਹੁੰਦੇ ਨੇ। ਭਾਈ ਸਾਹਿਬ ਜੀ ਅੱਗੇ ਆਖਰੀ ਤੁਕ ਦੇ ਅੰਦਰ ਕਹਿੰਦੇ ਨੇ, ਗੁਰਮੁਖ ਭਾਰ ਅਥਰ ਬਣਤਾਰ। ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਉੱਥੇ ਵਿਚਰਦੇ ਨੇ, ਤਾਂ ਉੱਥੇ ਹੀ 1532 ਈਸਵੀ ਦੇ ਅੰਦਰ ਕਰੀਬ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਸ ਵੇਲੇ ਉਮਰ ਕਰੀਬ 63 ਸਾਲ ਦੀ ਹੈ। ਬਾਬਾ ਲਹਿਣਾ ਜੀ, ਜਿਨ੍ਹਾਂ ਨੂੰ ਜਾਗ ਲੱਗੀ, ਸ਼ਬਦ ਸੁਣਿਆ ਪਵਿੱਤਰ ਬਾਣੀ ਦਾ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਚਰਨਾਂ ਦੇ ਵਿੱਚ ਆਉਂਦੇ ਨੇ। ਉੱਥੇ ਆਉਂਦੇ ਨੇ, ਫਿਰ ਬਸ ਉੱਥੇ ਹੀ ਜੋਗੇ ਹੋ ਕੇ ਰਹਿ ਜਾਂਦੇ। ਕਰੀਬ 7 ਸਾਲ ਅਣਥੱਕ ਸੇਵਾ ਕਰਕੇ, ਸ਼ਬਦ ਦੀ ਕਮਾਈ ਕਰਕੇ ਅਤੇ ਗੁਰੂ ਪਾਤਸ਼ਾਹ ਦਾ ਪਰਮੇਸ਼ਰ ਹੁਕਮ ਮੰਨ ਕੇ, ਜਿਸ ਤਰ੍ਹਾਂ ਪਵਿੱਤਰ ਬਾਣੀ ਦੇ ਅੰਦਰ ਬਚਨ ਆਉਂਦੇ ਨੇ, ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਜਦੋਂ ਹਰ ਪੱਖ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਲਹਿਣਾ ਜੀ ਨੂੰ ਪ੍ਰਤੱਖ ਵੇਖ ਲਿਆ, ਹਰ ਪੱਖੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਦਾ ਅਧਿਕਾਰੀ ਜਾਣ ਲਿਆ, ਤਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜੋਤ ਜਿਹੜੀ ਸੀ, ਜੋਤ ਉਹਾ ਜੁਗਤ ਸਾਏ ਵਹਿ ਕਾਇਆ ਫੇਰ ਪਲਟੀਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਧਿਕਾਰੀ ਵੇਖ ਕੇ ਤਾਂ ਜਿਹੜੀ ਉਹ ਜੋਤ ਸੀ, ਉਹ ਬਾਬਾ ਲਹਿਣਾ ਜੀ ਦੇ ਅੰਦਰ ਆਪਣੇ ਅੰਗ ਦੇ ਨਾਲ ਲਾ ਕੇ ਗੁਰੂ ਅੰਗਦ ਸਾਹਿਬ ਬਣਾ ਦਿੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਹੀ ਫਿਰਾਈ। ਫਿਰ ਗੁਰੂ ਦਾ ਹੁਕਮ ਮੰਨ ਕੇ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਜਿੱਥੇ ਖਡੂਰ ਸਾਹਿਬ ਉੱਥੇ ਪਹਿਲਾਂ ਵੀ ਰਹਿੰਦੇ ਨੇ, ਵਿਚਰਦੇ ਨੇ, ਉੱਥੇ ਅੱਜ ਗੁਰੂ ਨਾਨਕ ਦਾ ਰੂਪ ਹੋ ਕੇ ਬਾਬਾ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਬਣ ਕੇ ਅੱਜ ਫਿਰ ਖਡੂਰ ਸਾਹਿਬ ਦੇ ਵਿੱਚ ਆ ਜਾਂਦੇ ਨੇ, ਉੱਥੇ ਵਿਚਰਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਵੇਖਿਆ ਕਿ ਹੁਣ ਜਾਣ ਦੀ ਜਿਹੜੀ ਤਿਆਰੀ ਸੱਚਖੰਡ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਈ ਐਸੀ ਇਹ ਤਾਂ ਸਾਡੇ ਸਮਝਾਉਣ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ ਸਾਰਾ ਖੇਡ ਜੀ, ਇਹ ਸਾਰੀ ਖੇਡ ਵਰਤਾਈ ਮਹਾਰਾਜ ਜੀ ਨੇ ਤਾਂ, ਨਹੀਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਤੇ ਜੋਤ ਸਰੂਪ ਨੇ, ਮਹਾਰਾਜ ਪਰਮੇਸ਼ਵਰ ਦਾ ਸਰੂਪ ਨੇ। ਪਰਮੇਸ਼ਵਰ ਆਪ ਇਸ ਧਰਤੀ ਤੇ ਮਨੁੱਖੀ ਜਾਮੇ ਦੇ ਵਿੱਚ ਵਿਚਰਦਾ ਹੈ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸੰਸਾਰਕ ਜੀਵਨ ਨੂੰ ਸਮਝਾਉਣ ਵਾਸਤੇ ਉੱਥੇ ਜਿਸ ਤਰ੍ਹਾਂ ਵਿਧਾਨ ਹੈ ਪਰਮੇਸ਼ਵਰ ਦਾ, ਤਾਂ ਉਹ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ
ਇਸ ਸੰਸਾਰ ਦੇ ਵਿੱਚੋਂ ਅੱਜ ਸੱਚਖੰਡ ਜਾਣ ਦੀ ਤਿਆਰੀ ਕਰ ਰਹੇ। ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਤਾਂ ਗੁਰੂ ਮਹਾਰਾਜ ਜੀ ਨੇ ਭਾਈ ਸਧਾਰਨ ਜੀ ਨੂੰ ਦੇ ਰਾਹੀਂ ਸੁਨੇਹਾ ਭੇਜ ਕੇ ਆਪਣਾ ਪਰਿਵਾਰ ਧੰਨ ਮਾਤਾ ਸੁਲੱਖਣੀ ਜੀ ਅਤੇ ਮਹਾਰਾਜ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਉਹਨਾਂ ਨੂੰ ਵੀ ਸੁਨੇਹਾ ਭੇਜਿਆ ਕਿ ਗੁਰੂ ਮਹਾਰਾਜ ਜੀ ਹੁਣ ਸੱਚਖੰਡ ਜਾਣ ਦੀ ਤਿਆਰੀ ਵਿੱਚ ਨੇ। ਮਾਤਾ ਸੁਲੱਖਣੀ ਜੀ ਤੇ ਹੁਕਮ ਮੰਨ ਕੇ ਝੱਟ ਆ ਜਾਂਦੀ ਹੈ, ਪਰ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਉਹ ਨਾ ਆਏ। ਤਾਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕਰਕੇ ਮੱਥਾ ਟੇਕ ਕੇ ਮਾਤਾ ਸੁਲੱਖਣੀ ਜੀ ਬੈਠ ਜਾਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਉਹਨਾਂ ਨੂੰ ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜੋ ਤਿਜ ਉਰ ਅਭਿਲਾਖ ਹੈ। ਕੋਈ ਹਿਰਦੇ ਦੇ ਵਿੱਚ ਅਭਿਲਾਖਾ ਹੈ? ਤੁਹਾਡੇ ਹਿਰਦੇ ਦੇ ਵਿੱਚ ਕੋਈ ਅਭਿਲਾਖਾ ਹੈ? ਕਰ ਲੀਜੈ ਸੋ ਬਾਤ। ਕਹਿੰਦੇ ਜੇ ਹਿਰਦੇ ਦੇ ਅੰਦਰ ਕੋਈ ਅਭਿਲਾਖਾ ਹੈ, ਉਹ ਬਾਤ ਆਪਣੀ ਜਿਹੜੀ ਹੈ ਉਹ ਕਰ ਲਿਓ। ਮਿਲ ਕਰ ਹੋਂ ਬੋਲੀ ਨਹੀਂ, ਬਹੁਰ ਨਾ ਕਹੇ ਪਛਾਤ। ਕਹਿੰਦੇ ਐਸਾ ਨਾ ਹੋਵੇ ਕਿ ਮੈਂ ਮਿਲੀ ਵੀ, ਬੋਲੀ ਨਾ, ਬਾਤ ਨਾ ਕੀਤੀ, ਬਾਅਦ ਦੇ ਵਿੱਚ ਪਛਤਾਪ ਨਹੀਂ ਕਰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮਾਤਾ ਸੁਲੱਖਣੀ ਜੀ ਆਪਣੀ ਸਾਰੀ ਗੱਲਬਾਤ ਕਰਦੇ ਨੇ ਤੇ ਸਪੁੱਤਰ ਜਿਹੜੇ ਆਏ ਨੇ ਉਹਨਾਂ ਨੂੰ ਉਸ ਤੋਂ ਅਗਲੇ ਦਿਨ ਫੇਰ ਸੁਨੇਹਾ ਭੇਜਦੇ ਨੇ ਮਹਾਰਾਜ ਕਿ ਆ ਕੇ ਮਾਤਾ ਸੁਲੱਖਣੀ ਜਾ ਕਹਿੰਦੀ ਹੈ ਕਿ ਦਰਸ਼ਨ ਕਰ ਲਿਓ ਜਾ ਕੇ ਮਹਾਰਾਜ ਜੀ ਦੇ, ਆਪਣੇ ਪਿਤਾ ਗੁਰੂ ਜੀ ਦੇ, ਪਰ ਫੇਰ ਵੀ ਨਹੀਂ ਆਉਂਦੇ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਇਸ ਤਰ੍ਹਾਂ ਜਿਹੜੀ ਸੱਚਖੰਡ ਨੂੰ ਜਾਣ ਦੀ ਜਿਹੜੀ ਤਿਆਰੀ ਸੀ, ਹੁਣ ਸਿੱਖ ਜਿਹੜੇ ਨੇ ਉਹ ਬਰਾਗ ਦੇ ਵਿੱਚ ਆਉਂਦੇ ਨੇ। ਜਿੱਥੇ ਜਿੱਥੇ ਵੀ ਕਿਸੇ ਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਵਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਦੀਨ ਦੁਨੀਆ ਦੇ ਮਾਲਕ ਨੇ, ਸੱਚਖੰਡ ਪਿਆਨਾ ਕਰਨ ਵਾਲੇ ਨੇ, ਜਿੱਥੇ ਜਿੱਥੇ ਕਿਸੇ ਨੂੰ ਪਤਾ ਲੱਗਦਾ ਹੈ, ਕੋਈ ਪੈਦਲ, ਕੋਈ ਘੋੜ ਸਵਾਰ ਰਾਹੀਂ ਜਿਸ ਤਰ੍ਹਾਂ ਦੀ ਕਿਸੇ ਨੂੰ ਸਵਾਰੀ ਮਿਲਦੀ ਹੈ, ਉਸੇ ਤਰ੍ਹਾਂ ਆਪਣਾ ਸਵਾਰ ਹੋ ਕੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਦੇ ਨੇ। ਸਿੱਖਾਂ ਦੇ ਮਨ ਦੇ ਅੰਦਰ ਬੜਾ ਬੈਰਾਗ ਆਉਂਦਾ ਹੈ। ਬੈਰਾਗ ਦੇ ਵਿੱਚ ਅੱਖਾਂ ਵੀ ਸਿਜਲ ਕਰ ਲੈਂਦੇ ਨੇ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਸੰਗਤਾਂ ਨੂੰ ਸਮਝਾਉਂਦੇ ਨੇ ਕਿ ਪਿਆਰਿਓ, ਕਦੇ ਵੀ ਸਰੀਰ ਦੇ ਨਾਲ ਨਹੀਂ ਜੁੜਨਾ, ਕਿਉਂਕਿ ਇਹ ਜਿਹੜਾ ਸਰੀਰ ਹੈ ਇਹ ਦੇਹੀ ਹੈ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਕਿਲਾ ਵੀ ਕਿਹਾ, ਕੱਚਾ ਕਿਲਾ, ਤੇ ਦੇਹ ਵੀ ਕਿਹਾ, ਇਸ ਨੂੰ ਸਰੀਰ ਵੀ ਕਿਹਾ ਮਹਾਰਾਜ ਜੀ ਨੇ। ਕਹਿੰਦੇ ਜੇ ਸਰੀਰ ਦੇ ਨਾਲ ਜੁੜੋਗੇ ਤਾਂ ਸਰੀਰ ਨੇ ਇੱਕ ਦਿਨ ਇਸ ਸੰਸਾਰ ਦੇ ਵਿੱਚੋਂ ਵਿਣਸਣਾ ਹੈ, ਜਾਣਾ ਹੈ, ਵਿਧਾਨ ਹੈ ਪਰਮੇਸ਼ਵਰ। ਫਿਰ ਪਾਤਸ਼ਾਹ ਜੀ ਸਰੀਰ ਦੇ ਨਾਲ ਜੁੜਨਾ, ਫਿਰ ਜੁੜਨਾ ਕਾਹਦੇ ਨਾਲ? ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਾਰੀਆਂ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਉਸ ਸਤਨਾਮ ਵਾਹਿਗੁਰੂ ਦੇ ਨਾਲ, ਉਸ ਪਰਮੇਸ਼ਵਰ ਜੀ ਦੇ ਸ਼ਬਦ ਦੇ ਨਾਲ, ਉਸ ਦੇ ਨਾਲ ਜੁੜਨਾ ਕਰੋ। ਜੇ ਉਸ ਦੇ ਨਾਲ ਜੁੜੋਗੇ ਤਾਂ ਸਦਾ ਹੀ ਜੁੜੇ ਰਹੋਗੇ, ਕਦੇ ਵਿਛੜੋਗੇ ਨਹੀਂ, ਕਦੇ ਵਿਛੋੜਾ ਨਹੀਂ। ਸਰੀਰ ਦਾ ਵਿਛੋੜਾ ਪੈ ਜਾਣਾ ਹੈ, ਪਰ ਸ਼ਬਦ ਜਿਹੜਾ ਹੈ ਉਹ ਸਦੀਵੀ ਹੈ, ਉਸ ਦਾ ਵਿਛੋੜਾ ਕਦੇ ਨਹੀਂ ਪਵੇਗਾ। ਐਸਾ ਉਪਦੇਸ਼ ਗੁਰਸਿੱਖ ਸੰਗਤਾਂ ਨੂੰ ਜਦੋਂ ਫਿਰ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਨਿਹਾਲ ਕਰਦੇ ਨੇ ਸਾਰੀਆਂ ਸੰਗਤਾਂ ਨੂੰ, ਤਾਂ ਫਿਰ ਬਾਬਾ ਬੁੱਢਾ ਜੀ, ਧੰਨ ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਫਿਰ ਬੇਨਤੀ ਕੀਤੀ, ਦਾਤਾ ਜੀ ਕਿ ਸਿੱਖ ਸੰਗਤਾਂ ਦੀ ਇੱਛਾ ਹੈ, ਤੀਬਰ ਇੱਛਾ ਹੈ ਕਿ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਸਤਨਾਮ ਦਾ ਜੋ ਆਪ ਜੀ ਉਪਦੇਸ਼ ਬਖਸ਼ ਰਹੇ ਹੋ, ਤੁਸੀਂ ਇਸ ਦੇ ਆਪਣੇ ਸੁੰਦਰ ਮੁਖਾਰ ਬਿੰਦ ਤੋਂ ਇਸ ਦੇ ਅਰਥ ਸਮਝਾ ਦਿਓ। ਤਾਂ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਂਝੇ ਵਾਲੀ ਸਭਨਾਂ ਦੇ ਫਿਰ ਉਪਦੇਸ਼ ਉਸ ਦਾ ਆਪਣੇ ਮੁਖਾਰ ਬਿੰਦ ਤੋਂ ਅਰਥ ਕਰਕੇ ਸਾਰੀਆਂ ਸੰਗਤਾਂ ਨੂੰ ਸਮਝਾਉਂਦੇ ਨੇ। ਸੰਗਤਾਂ ਬੜੀਆਂ ਨਿਹਾਲ ਹੁੰਦੀਆਂ ਨੇ,
ਬਾਬਾ ਬੁੱਢਾ ਜੀ, ਸੰਗਤਾਂ ਬੜੀਆਂ ਪ੍ਰਸੰਨ ਹੋਈ। ਬਾਬਾ ਬੁੱਢਾ ਜੀ ਬੜੇ ਖੜੋ ਕੇ ਪ੍ਰਸੰਨ ਹੋ ਕੇ ਗੁਰੂ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਨ ਲੱਗਿਆ। ਕਹਿੰਦੇ ਨੇ, ਦਈ ਮੋਖ ਕੁਟਾਣ ਜੋ ਮੋਹੇ ਗ੍ਰਸਤੰ, ਸਦਾ ਜੈ ਸਦਾ ਜੈ ਨਮਸਤੰ ਨਮਸਤੰ। ਭਾਵ ਸਤਿਗੁਰੂ ਜੀ ਆਪ ਨੇ ਅਪਾਰ ਮਹਿਰਾਮਤ ਕਰਕੇ ਸਾਨੂੰ ਮੋਹ ਮਾਇਆ ਦੇ ਜਾਲ ਦੇ ਵਿੱਚ ਫਸਿਆ ਨੂੰ ਆਪ ਜੀ ਨੇ ਕਰੋੜਾਂ ਨੂੰ ਕਹਿੰਦੇ ਬਖਸ਼ ਦਿੱਤੀ, ਜਿਹੜੀ ਮੋਕਸ ਬਖਸ਼ ਦਿੱਤੀ। ਕਰੋੜਾਂ ਨੂੰ ਜਿਹੜਾ ਹੈ ਉਹ ਗਿਆਨ ਬਖਸ਼ ਕੇ ਕਰੋੜਾਂ ਲੋਕਾਂ ਦੀ ਕਲਿਆਣ ਕੀਤੀ ਹੈ। ਕੋਈ ਸੰਸਾਰ ਦੇ ਵਿੱਚ ਵਿਚਰਦਿਆਂ ਕਿਸੇ ਆਪਣਾ ਆਪ ਵੀ ਤਰ ਜਾਵੇ, ਉਹ ਵੀ ਬੜੀ ਗੱਲ। ਕੋਈ ਇੱਕ ਨੂੰ ਤਾਰ ਲਵੇ, ਕੋਈ ਇੱਕ ਕੁਲਾਂ ਦਾ ਉਧਾਰ ਵੀ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਵਿੱਚ ਆਉਂਦਾ ਹੈ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਤਨੇ ਸੰਸਾਰ ਦੇ ਵਿੱਚ ਤਾਰੇ ਨੇ, ਉਸ ਸਮੇਂ ਤੋਂ ਗੁਰੂ ਨਾਨਕ ਸਾਹਿਬ ਆਪਣੇ ਜੀਵਨ ਦੇ ਵਿੱਚ ਵਿਚਰਦਿਆਂ ਤਾਰੇ, ਤੇ ਉਸ ਸਮੇਂ ਤੋਂ 10 ਜਾਮਿਆਂ ਵਿੱਚ ਵੀ ਤਾਰੇ ਨੇ। ਉਸ ਸਮੇਂ ਤੋਂ ਅੱਜ ਤੱਕ ਤਾਰ ਰਹੇ ਨੇ, ਅੱਜ ਵੀ ਤਾਰ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹਿੰਦੀ ਦੁਨੀਆ ਤੱਕ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਉਪਦੇਸ਼ ਹੈ, ਉਹ ਪਰਮੇਸ਼ਵਰ ਦੀ ਬਾਣੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਬੋਲ ਨੇ, ਧੁਰ ਕੀ ਬਾਣੀ ਹੈ, ਖਸਮ ਦੀ ਬਾਣੀ ਹੈ। ਉਹ ਸਦਾ ਹੀ ਦੁਨੀਆ ਨੂੰ ਤਾਰਦੀ ਰਹੇਗੀ। ਤਾਂ ਹੀ ਤੇ ਸਿਆਣੇ ਸੱਜਣਾਂ ਨੇ ਲਿਖਿਆ ਹੈ ਕਿ ਆਕਾਸ਼ ਦੇ ਤਾਰੇ ਹੋ ਸਕਦਾ ਹੈ ਕੋਈ ਗਿਣ ਲਵੇ, ਗਿਣਨੇ ਔਖੇ ਨੇ, ਕਠਨ ਨੇ, ਹੋ ਸਕਦਾ ਕੋਈ ਗਿਣ ਲਵੇ। ਕਹਿੰਦੇ ਤਾਰੇ ਗਣੇ ਜਾਤ ਹੈ, ਤਾਰੇ ਗਿਣੇ ਜਾ ਸਕਦੇ ਨੇ, ਪਰ ਜਿੰਨੇ ਮਹਾਰਾਜ ਜੀ ਨੇ ਤਾਰੇ ਨੇ ਉਹ ਨਹੀਂ ਗਿਣੇ ਜਾ ਸਕਦੇ। तो गुरु नानक साहब महाराज सच्चे पातशाह बड़ी महरमत है। तो इस तरह गुरु नानक साहब महाराज सच्चे पातशाह जी ਜਦੋਂ ਫਿਰ ਸੰਗਤਾਂ ਨੂੰ, ਭਾਈ ਸਧਾਰਨ ਜੀ ਨੂੰ ਕਿਹਾ ਕਿ ਜਿਹੜੀ ਇਹ ਧਰਮਸ਼ਾਲਾ ਇਸ ਨੂੰ ਸਜਾ ਦਿਓ, ਲਿਪ ਪੋਚ ਕੇ ਬੜੇ ਸੁੰਦਰ ਧਰਮਸ਼ਾਲਾ ਸਾਰੀ ਸਜਾ ਦਿੱਤੀ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੁਣ ਸੱਚਖੰਡ ਜਾਣ ਦੀ ਤਿਆਰੀ ਵਿੱਚ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਇਹ ਸਾਨੂੰ ਸਮਝਾਉਣ ਵਾਸਤੇ ਹੈ, ਕਿਉਂਕਿ ਪਵਿੱਤਰ ਬਾਣੀ ਦੇ ਬੋਲ ਨੇ, ਜਨਮ ਮਰਨ ਦੁਹ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹ ਤਾਂ ਪਰਉਪਕਾਰ ਕਰਨ ਦੇ ਵਾਸਤੇ ਆਏ, ਜਗਤ ਜਨਨ ਠਾਰਨ ਦੇ ਵਾਸਤੇ ਆਏ। ਤੋ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸੰਸਾਰਕ ਅਲਪੱਗ ਜੀਵਾਂ ਨੂੰ, ਕਲਯੁਗੀ ਜੀਵਾਂ ਨੂੰ ਸਮਝਾਉਣ ਦੇ ਵਾਸਤੇ ਸਾਰੀ ਖੇਡ ਰਚਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪੁੱਤਰਾਂ ਨੂੰ ਫਿਰ ਸੁਨੇਹਾ ਪਹੁੰਚਦਾ ਹੈ। ਜਦੋਂ ਪਤਾ ਲੱਗਾ ਕਿ ਪੂਰਨ ਤੌਰ ਤੇ ਤਿਆਰੀ ਹੋ ਚੁੱਕੀ ਹੈ, ਤਾਂ ਫਿਰ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਉਸ ਵੇਲੇ ਆਏ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ ਇੱਕ ਚਫੇਰੇ ਜਿਹੜੀ ਉਹ ਕਨਾਤ ਜਿਹੜੀ ਉਹ ਤਾਣ ਦਿੱਤੀ ਗਈ। ਗੁਰੂ ਪਾਤਸ਼ਾਹ ਮਹਾਰਾਜ ਜੀ ਲੇਟ ਗਏ ਨੇ ਹੇਠਾਂ, ਚੱਦਰ ਉੱਪਰ ਉੱਡ ਰਹੇ ਨੇ। ਤਾਂ ਆ ਕੇ ਜਦੋਂ ਪੁੱਤਰਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਅਸੀਂ ਭੁਲੇਖੇ ਵਿੱਚ ਸਾਂ, ਸਾਨੂੰ ਕਿਰਪਾ ਕਰਕੇ ਮੁਆਫ ਕਰ ਦਿਓ ਦਾਤਾ ਜੀ। ਅਸੀਂ ਸੋਚਣੀ ਸਾਡੀ ਗਲਤ ਸੀ, ਅਸੀਂ ਸੋਚਿਆ ਕਿ ਵੈਸੇ ਕਰ, ਸਾਡੇ ਮਨ ਦੇ ਵਿੱਚ ਐਸਾ ਵਲੋਲਾ ਆਇਆ। ਦਾਤਾ ਜੀ ਕਿਰਪਾ ਕਰੋ। ਪਿਤਾ ਗੁਰੂ ਜੀ ਆਪ ਕਿਰਪਾ ਕਰਕੇ, ਮਹਿਰਾਮਤ ਕਰਕੇ, ਜਿਸ ਤਰ੍ਹਾਂ ਸਾਰੀ ਸੰਗਤਾਂ ਨੂੰ ਦੀਦਾਰ ਦੇ ਕੇ ਸੱਚਖੰਡ ਪ੍ਰਵੇਸ਼ ਕਰ ਰਹੇ ਹੋ, ਇਸ ਤਰ੍ਹਾਂ ਆਪਣੇ ਪੁੱਤਰਾਂ ਤੇ ਵੀ ਰਹਿਮਤ ਕਰੋ, ਦਇਆ ਕਰੋ, ਮਾਇਆ ਕਰੋ। ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ, ਕੋਈ ਵੀ ਪਿਤਾ ਉਸ ਦਾ ਪੁੱਤਰ ਕਿਤਨਾ ਵੀ ਨਲਾਇਕ ਕਿਉਂ ਨਾ ਹੋਵੇ, ਉਸ ਨੂੰ ਆਪਣੀ ਜਾਇਦਾਦ ਦਿੰਦਾ ਹੈ, ਆਪਣੀ ਹਰ ਇੱਕ ਚੀਜ਼ ਉਸ ਨੂੰ ਸੌਂਪ ਕੇ ਜਾਂਦਾ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਧਾਨ ਵੱਖਰਾ, ਸਿਧਾਂਤ ਵੱਖਰਾ, ਨਿਯਮ ਵੱਖਰਾ। ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਅਧਿਕਾਰੀ ਨੂੰ, ਸੇਵਕ ਨੂੰ ਉਹ ਗੁਰਤਾ ਗੱਦੀ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ ਉਹਨਾਂ ਨੂੰ ਦਿੰਦੇ ਨੇ। ਤੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਬੇਨਤੀ ਕਰਦੇ ਨੇ, ਦਾਤਾ ਜੀ ਉਹ ਜਿਹੜੀ ਜਿਸ ਤਰ੍ਹਾਂ ਪੁੱਤਰ ਜਿਹੜੇ ਵਾਰਸ ਹੁੰਦੇ ਨੇ ਆਪਣੇ ਪਿਤਾ ਦੀ ਜਾਇਦਾਦ ਦੇ, ਪ੍ਰਾਪਰਟੀ ਦੇ, ਸਾਰੇ ਘਾਟੇ ਵਾਧੇ ਦੇ ਵਾਰਸ ਹੁੰਦੇ ਨੇ, ਉਹ ਜਿਹੜੀ ਗੁਰਤਾ ਗੱਦੀ ਸੀ ਉਹ ਤੇ ਤੁਸੀਂ ਬਾਬਾ ਲਹਿਣਾ ਜੀ ਨੂੰ ਦੇ ਦਿੱਤੀ। ਹੁਣ ਸਾਡਾ ਕੀ ਬਣੇਗਾ?
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਫਿਰ ਪਵਿੱਤਰ ਬਾਣੀ ਦਾ ਸ਼ਬਦ ਸੁਣਾਇਆ। ਉਸ ਦੀ ਆਖਰੀ ਤੁਕਾਂ ਨੇ, ਜਿਨ ਕਰਤੈ ਕਰਨਾ ਕੀਆ, ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸਾ। ਵੀ ਭਾਵ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਨੇ, ਕਰਤਾਰ ਨੇ, ਉਸ ਦਾਤਾ ਨੇ ਕਰਮਾਂ ਅਨੁਸਾਰ ਲਿਖਿਆ ਹੈ। ਉਸ ਦੇ ਕਰਮਾਂ ਅਨੁਸਾਰ ਹੀ ਸਾਰਾ ਜਿਹੜਾ ਹੈ ਹੋ ਰਿਹਾ, ਸਭ ਕੁਝ ਹੋ ਰਿਹਾ। ਸਾਡੀਆਂ ਸਿਆਣਪਾਂ, ਚਤਰਾਈਆਂ, ਚੰਚਲਤਾ ਕਿਸੇ ਕੰਮ ਨਹੀਂ ਆਉਂਦੀ। ਜੋ ਇਹ ਸਭ ਕੁਝ ਉਸ ਵਾਹਿਗੁਰੂ ਪਰਮੇਸ਼ਵਰ ਦੇ ਵੱਸ ਹੈ, ਜਿਹਦੀ ਵਸਤੀ ਉਹਨੂੰ ਦੇਣੀ ਪੈਣੀ, ਜਿਹਦੇ ਕਰਮ 'ਚ ਉਹਨੂੰ ਦੇਣੀ ਪੈਣੀ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਫਿਰ ਸਾਡਾ ਕੀ ਬਣੇਗਾ। ਉੱਥੇ ਭਾਈ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਬਚਨ ਕੀਤੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਕੋਈ ਕੂਕਰ ਵੀ ਕਿਉਂ ਨਾ ਹੋਵੇ, ਉਸ ਦਾ ਵੀ ਮਾਣ ਹੁੰਦਾ ਹੈ। ਤੁਸੀਂ ਗੁਰੂ ਪੁੱਤਰ ਹੋ, ਤੁਹਾਡੇ ਕੋਲ ਅੰਨ, ਵਸਤਰ, ਧਨ, ਇੱਤ ਆਦਿਕ ਦੀ ਕੋਈ ਕਮੀ ਨਹੀਂ ਰਹੇਗੀ, ਤੁਸੀਂ ਗੁਰੂ ਪੁੱਤਰ ਹੋ। ਪਰ ਸ਼ਬਦ ਦੇ ਨਾਲ ਜ਼ਰੂਰ ਜੁੜਨਾ। ਇਹ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਸਤਿਨਾਮ ਵਾਹਿਗੁਰੂ ਦੇ ਨਾਲ ਕਹਿੰਦੇ ਜ਼ਰੂਰ ਜੁੜਨਾ ਹੈ, ਕਲਿਆਣ ਤਾਂ ਹੀ ਹੋਏਗੀ। ਤੋ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਆਕਾਸ਼ ਦੇ ਵਿੱਚੋਂ ਜਿਹੜੀ ਹੈ ਉਹ ਆਨੰਦ ਦੇ ਵਾਜੇ ਵੱਜਦੇ ਨੇ, ਸੁੰਦਰ ਵਰਖਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਦੇਵੀ, ਕੀ ਦੇਵਤੇ, ਕੀ ਜੋਗੀ ਜਤੀ ਇਤ ਆਦਿਕ ਸਭ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤੀ ਕਰਦੇ ਨੇ। ਬੜੀ ਕਿਰਪਾ ਮਹਿਰਾਮਤ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਸਾਰੇ ਹੀ ਜੀਵ ਜਿੰਨੇ ਨੇ ਉਹ ਵੈਰਾਗ ਦੇ ਅੰਦਰ ਕਨਾਤ ਤਾਣ ਦਿੱਤੀ। ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਤੇ ਲੇਟ ਗਏ ਧਰਤੀ ਤੇ ਉੱਪਰ ਆਪਣੇ ਚਾਦਰ ਓਢ ਲਈ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਆਰੀ ਹੈ, ਸੰਗਤਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਦਿੱਤਾ ਤੇ ਸੰਗਤਾਂ ਨੂੰ ਕਿਹਾ ਵੀ ਇਹ ਜਪਣਾ ਹੀ ਇਹੀ। ਗੁਰੂ ਪਾਤਸ਼ਾਹ ਜੀ ਨੇ ਉਸ ਸਮੇਂ ਸਿੱਖ ਸੰਗਤਾਂ ਨੇ ਕਹਿੰਦੇ ਅਲਾਣੀਆਂ ਦਾ ਪਾਠ, ਤੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਦੇ ਅੰਦਰ 12 ਮਹਾ ਉਚਾਰਨ ਕੀਤਾ, ਉਸ ਦਾ ਪਾਠ ਕਰਾਇਆ। ਸੋਹਲਾ ਬਾਣੀ ਦੇ ਸ਼ਬਦ ਪੜ੍ਹੇ ਗਏ, ਉੱਥੇ ਸਿੱਖ ਸੰਗਤਾਂ ਪੜ੍ਹ ਰਹੀਆਂ ਨੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਭ ਦੇ ਸਾਂਝੇ ਰਹਿਬਰ ਨੇ। ਅੱਜ ਤੱਕ ਸੰਸਾਰ ਦੇ ਅੰਦਰ ਕੋਈ ਰਹਿਬਰ ਹੋਇਆ, ਜੇ ਸਨਾਤਨ ਮਤ ਦੇ ਅੰਦਰ ਰਹਿਬਰ ਹੁੰਦਾ ਹੈ, ਉਹ ਸਨਾਤਨੀ ਲੋਕਾਂ ਨੂੰ ਆਪਣਾ ਜਿਹੜਾ ਉਪਦੇਸ਼ ਦਿੰਦਾ ਹੈ। ਕੋਈ ਇਸਲਾਮ ਦੇ ਅੰਦਰ ਹੈ, ਉਹ ਇਸਲਾਮੀਆਂ ਨੂੰ ਦਿੰਦਾ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਚਾਹੇ ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸੂਦ ਹੈ, ਵੈਸ ਹੈ, ਚਾਹੇ ਇਸਲਾਮੀ ਦਾ ਧਾਰਨੀ ਹੈ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਬਾਦਸ਼ਾਹ ਹੈ, ਚਾਹੇ ਸੈਨਸ਼ਾਹ ਹੈ, ਸਭ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦੇ ਨੇ। ਸਨਾਤਨ ਗੁਰੂ ਮੰਨਦੇ ਨੇ ਹਿੰਦੂ ਲੋਕ। ਇਸਲਾਮੀ ਲੋਕ ਆਪਣਾ ਪੀਰ ਜਾਣਦੇ, ਆਪਣਾ ਫਕੀਰ ਜਾਣਦੇ। ਬੜੇ ਇਸਲਾਮ ਦੇ ਲੋਕ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੰਨਦੇ ਨੇ, ਹਿੰਦੂ ਲੋਕ ਵੀ ਮੰਨਦੇ ਨੇ, ਸਾਰੇ ਹੀ ਮੰਨਦੇ ਨੇ, ਚਾਹੇ ਸਿੱਧ ਹੈ, ਜਤੀ ਹੈ, ਜੋਗੀ ਕੋਈ ਵੀ ਕਿਉਂ ਨਾ ਹੋਵੇ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕ ਖੇਡ ਵਰਤਾ ਰਹੇ ਨੇ, ਤਿਆਰੀ ਕਰ ਲਈ ਸੱਚੇ ਪਾਤਸ਼ਾਹ ਜੀ ਨੇ ਸਾਰੇ ਜਾਣਦੇ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਜੋ ਜਿਸ ਤਰ੍ਹਾਂ ਭੱਟ ਸਾਹਿਬਾਨ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਗੁਰੂ ਨਾਨਕ ਸਾਹਿਬ ਹੈ ਕੀ ਨੇ, ਇਹ ਗੱਲ ਸਮਝਣ ਵਾਲੀ ਬੜੀ ਜ਼ਰੂਰੀ ਹੈ। ਭੱਟ ਸਾਹਿਬ ਕਹਿੰਦੇ ਨੇ, ਨਾਨਕ ਨਾਮ ਨਿਰੰਜਨ ਜਾਣਿਓ। ਨਿਰੰਜਨ ਮਾਇਆ ਤੋਂ ਰਹਿਤ, ਕਾਲਖ ਤੋਂ ਰਹਿਤ, ਹਰ ਇੱਕ ਤਰ੍ਹਾਂ ਦੀ ਕਾਲਖ ਤੋਂ ਰਹਿਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਪ੍ਰੇਮ ਭਗਤ ਲਿਵਲਾ। ਤੋ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੋਤ ਸਰੂਪ ਨੇ,
ਨੂਰ ਨੇ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ। तो गुरु महाराज सच्चे पातशाह धन श्री गुरु नानक देव महाराज सच्चे पातशाह जी जो 1549 ईस्वी ਨੂੰ अंतरजामी सतगुरु इस संसार के अंदर करीब 70 साल 5 महीने 7 दिन इस संसार के विच विचर के धन गुरु नानक देव महाराज सच्चे पातशाह असुवदी दसवीं नूं ज्यों जल मैं जल आए खटाना त्यों ज्योति सन जोत सुमाना गुरु नानक साहब महाराज सच्चे पातशाह जी सचखंड बयाना कर जाते हैं। गुरु नानक साहब महाराज सच्चे पातशाह की सिफतां एक अधूरा मनुख की कर सकता है। परमेश्वर सच्चे पातशाह पूरे का किया सब कुछ पूरा। परमेश्वर सच्चे पातशाह गुरु नानक साहब परमेश्वर का स्वरूप ने, उन्होंने अधूरा बात की कर सकता। तो बड़ियां त्रुटियां बड़ियां गलतियां बेअंत हो जाती, क्योंकि भाई नंद लाल जी बड़े सुंदर बचन करते ने। वो कहते ने कि उस अकाल पुरख वाहिगुरु परमेश्वर जी ने जिन्हां दी सिफतां कीतियां ने, उन्हां दे बाबत एक मनुख जिहड़ा है वो उस दियां किन्नियां क सिफतां कर सकदा, एक जीबा दे नाल भी किन्नियां सिफतां कर सकदा है। वो लिखदे ने हक चो खुद वसिफस चे गोयम मन दरगहे वस्प ओ चहे पोयम मन। कहन तो भाव जिस गुरु नानक साहब महाराज सच्चे पातशाह दी सिफतां अकाल पुरख वाहिगुरु परमेश्वर जी करते हो, दाता जी करते हैं, उस दी सिफत मैं की कर सकदा, मैं की कह सकदा। उस दियां सिफतां दे राह वल मैं की कर सकदा है। भाव मनुख जिहड़ा है, बंदा जिहड़ा है, इंसान जिहड़ा है, उस परमेश्वर सच्चे पातशाह सिफतां की कर सकदा है। बेअंत बेअंत भुल्लां गलतियां त्रुटियां हो जांदियां ने। सतगुरु गुरु नानक देव महाराज सच्चे पातशाह जी साहिब श्री गुरु ग्रंथ साहिब महाराज सच्चे पातशाह जी बख्शनहार ने, बख्श लैणगे अपने बच्चों नूं। गुरु की संगत बख्शन योग है, भुल्लां ना चितारियो जी। ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਸਮੇਂ ਦੀ ਸੀਮਾ ਦੇ ਵਿੱਚ ਰਹਿ ਕੇ ਆਪ ਦੇ ਚਰਨ ਪਰਸੇ ਨੇ। ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।